ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤਾਂ ਦਰਸ਼ਕੋ, ਤੁਸੀਂ ਜਿਹੜੀ ਇਹ ਤਸਵੀਰ ਦੇਖ ਰਹੇ ਹੋ, ਬਹੁਤ ਸਾਰੇ ਲੋਕ ਸਾਡੇ ਬਾਣੀ ਚੈਨਲ ਦੇ ਜਿਹੜੇ ਪਰਿਵਾਰ 'ਚ ਨੇ, ਉਹ ਬਹੁਤ ਸਾਰੇ ਲੋਕ ਇਸ ਤਸਵੀਰ ਤੋਂ ਚੰਗੀ ਤਰ੍ਹਾਂ ਜਾਣੂ ਹੋਣਗੇ। ਜਿਹੜੇ ਕੁਝ ਲੋਕ ਨਹੀਂ ਜਾਣੂ ਨੇ ਉਹਨਾਂ ਨੂੰ ਮੈਂ ਦੱਸ ਦੇਵਾਂ, ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ, ਬਹੁਤ ਹੀ ਵਧੀਆ ਸ਼ਖਸੀਅਤ ਜਿਨ੍ਹਾਂ ਦਾ ਨਾਮ ਲੈਣ ਦੇ ਵਿੱਚ ਸਾਨੂੰ ਮਾਣ ਮਹਿਸੂਸ ਹੁੰਦਾ, ਸਰਦਾਰ ਸਤਿੰਦਰ ਸਿੰਘ ਜੀ ਬਿਜਰਾਲ, ਜਿਹੜੇ ਕਿ ਰਿਟਾਇਰ IGP ਨੇ। ਬੜਾ ਮਾਣ ਮਹਿਸੂਸ ਹੁੰਦਾ ਜਦੋਂ ਸਾਡੀ ਸਿੱਖ ਕਮਿਊਨਿਟੀ ਦੇ ਵਿੱਚ ਅਜਿਹੀਆਂ ਸ਼ਖਸੀਅਤਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਮ ਜਦੋਂ ਅਸੀਂ ਲੈਂਦੇ ਹਾਂ ਤਾਂ ਸਾਡੇ ਮੂੰਹ ਭਰ ਕੇ ਉੱਠਦੇ ਨੇ। ਸਾਨੂੰ ਮਾਣ ਮਹਿਸੂਸ ਹੁੰਦਾ ਕਿ ਇੰਨੇ ਵਧੀਆ ਰੈਂਕ, ਇੰਨੇ ਵੱਡੇ ਰੈਂਕਸ ਦੇ ਉੱਪਰ ਜਿਹੜੇ ਸਾਡੇ ਸਿੱਖ ਕਮਿਊਨਿਟੀ ਦੀਆਂ ਸ਼ਖਸੀਅਤਾਂ ਨੇ। ਤਾਂ ਇਹ ਜਿਨ੍ਹਾਂ ਦੀ ਤੁਸੀਂ ਤਸਵੀਰ ਦੇਖ ਰਹੇ ਹੋ, ਸਰਦਾਰ ਸਤਿੰਦਰ ਸਿੰਘ ਜੀ ਬਿਜਰਾਲ, ਜਿਨ੍ਹਾਂ ਨੂੰ SS ਬਿਜਰਾਲ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਇਹ ਤਸਵੀਰ ਤੁਹਾਨੂੰ ਅਸੀਂ ਪਹਿਲਾਂ ਉਹਨਾਂ ਦੀ ਯੂਨੀਫਾਰਮ ਦੇ ਵਿੱਚ ਵਿਖਾਈ ਹੈ, ਔਰ ਹੁਣ ਅਗਾਂਹ ਆਪਾਂ ਜਿਨ੍ਹਾਂ ਦੀ ਅਸੀਂ ਤੁਹਾਨੂੰ ਤਸਵੀਰ ਦਿਖਾਈ ਹੈ, ਸਰਦਾਰ ਸਤਿੰਦਰ ਸਿੰਘ ਜੀ ਬਿਜਰਾਲ, SS ਬਿਜਰਾਲ, ਜਿਨ੍ਹਾਂ ਨੂੰ ਜਿਹੜੇ ਕਿ ਇਸ ਨਾਮ ਦੇ ਨਾਲ ਜ਼ਿਆਦਾਤਰ ਜਾਣੇ ਜਾਂਦੇ ਨੇ, ਆਪਾਂ ਉਹਨਾਂ ਦੇ ਨਾਲ ਅੱਜ ਲਾਈਵ ਗੱਲਬਾਤ ਵੀ ਕਰਾਂਗੇ। ਸਭ ਤੋਂ ਪਹਿਲਾਂ ਤਾਂ ਵੀਰ ਜੀ ਬਹੁਤ ਸਵਾਗਤ ਹੈ ਤੁਹਾਡਾ ਇੱਕ ਬਾਣੀ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਇੱਕ ਬਾਣੀ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ। ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਮਾਂ ਕੱਢਿਆ, ਔਰ ਬਹੁਤ ਧੰਨਵਾਦ ਹੈ ਤੁਹਾਡਾ। ਸੋ ਅੱਜ ਮੈਂ ਆਪ ਬੜਾ ਧੰਨਵਾਦੀ ਹਾਂ ਇੱਕ ਬਾਣੀ ਚੈਨਲ ਦਾ, ਔਰ ਕਿ ਅੱਜ ਮੈਂ ਆਪਣੀ ਗੱਲ ਰੱਖ ਸਕਾਂਗਾ ਸਾਹਮਣੇ। ਮੇਰੇ ਮਨ ਵਿੱਚ ਇੱਕ ਵਿਚਾਰ ਬੜੀ ਦੇਰ ਤੋਂ ਆ ਰਿਹਾ ਸੀ ਕਿ ਇਹ ਜਿਹੜੀ ਮਹਾਮਾਰੀ ਹੈ, ਪੈਂਡੇਮਿਕ 19, ਇਸਨੇ ਕਾਫੀ ਤਬਾਹੀ ਕੀਤੀ ਹੈ। ਸੰਸਾਰ ਸਾਰੇ ਵਿੱਚ ਤਬਾਹੀ ਹੈ, ਔਰ ਕੋਈ ਦੇਸ਼ ਬਚਿਆ ਨਹੀਂ ਹੈ। ਕਰੋੜਾਂ ਦੀ ਤਾਦਾਦ ਨਾਲ ਲੋਕੀ ਇਸ ਦੇ ਅਸਰ ਵਿੱਚ ਹੋਏ ਨੇ, ਔਰ ਕਈ ਲੱਖਾਂ ਮਾਰੇ ਗਏ ਨੇ। ਸ਼ਾਇਦ ਜਿਹੜੇ ਮਾਰੇ ਗਏ ਨੇ ਉਹਨਾਂ ਦੀ ਤਾਦਾਦ ਵੀ ਕਰੋੜਾਂ ਵਿੱਚ ਹੈ, ਲੇਕਿਨ ਹਰ ਇੱਕ ਦੇਸ਼ ਆਪਣੀ ਬਚਾਓ ਲਈ ਸਹੀ ਜਿਹੜੇ ਗਿਣਤੀ ਹੈ ਉਹ ਨਹੀਂ ਦੱਸ ਰਿਹਾ। ਸੋ ਮੈਂ ਸੋਚਿਆ ਕਿ ਇਹ ਹੁਣ ਦੌੜ ਇਹੋ ਹੈ ਕਿ ਅਸੀਂ ਵੈਕਸੀਨ ਚਲਾਈਏ ਤਾਂ ਕਿ ਇਹ ਇਨਫੈਕਸ਼ਨ ਨਾ ਫੈਲੇ। ਔਰ ਜ਼ਿੰਦਗੀ ਇਸ ਕਦਰ ਅਸਰ ਅੰਦਾਜ਼ ਹੋਈ ਹੈ ਕਿ ਫੈਕਟਰੀਆਂ ਬੰਦ ਹੋ ਗਈਆਂ ਨੇ, ਸਕੂਲ ਕਾਲਜ ਬੰਦ ਹੋ ਗਏ ਨੇ, ਯੂਨੀਵਰਸਿਟੀਆਂ ਬੰਦ ਹੋ ਗਈਆਂ ਨੇ, ਬਾਜ਼ਾਰ ਬੰਦ ਹੋ ਗਏ ਨੇ, ਲੋਕੀ ਆਪਣੇ ਘਰਾਂ ਵਿੱਚ ਜਾ ਕੇ ਅੰਦਰ ਬੰਦ ਹੋ ਗਏ ਨੇ, ਇੱਕ ਦੂਜੇ ਨਾਲ ਮਿਲਣਾ ਰਹਿ ਗਿਆ ਹੈ। ਔਰ ਇਹ ਸਾਰਾ ਕੁਝ ਹੋਣ ਨਾਲ ਦੂਜੇ ਇਸ ਦਾ ਅਸਰ ਇਹ ਹੈ ਕਿ ਦਰਿਆ ਸਾਫ਼ ਹੋ ਗਏ ਨੇ, ਪਹਾੜ ਜਿਹੜੇ ਨਜ਼ਰ ਨਹੀਂ ਸਨ ਆਉਂਦੇ ਪੋਲੂਸ਼ਨ ਦੀ ਕਰਕੇ, ਹੁਣ ਉਹਨਾਂ ਦੀ ਚੋਟੀਆਂ ਨਜ਼ਰ ਆ ਰਹੀਆਂ ਨੇ। ਮੱਛਲੀਆਂ ਅਮੂਮਨ ਕੈਮੀਕਲਸ ਜਿਹੜੇ ਕਿ ਦਰਿਆਵਾਂ ਵਿੱਚ ਸੁੱਟੇ ਜਾਂਦੇ ਸਨ, ਔਰ ਮੱਛਲੀਆਂ ਜਿਹੜੀਆਂ ਨੇ ਉੱਪਰ ਮਰਦੀਆਂ ਤਰਦੀਆਂ ਨਜ਼ਰ ਆਉਂਦੀਆਂ ਸਨ, ਹੁਣ ਉਹ ਨਹੀਂ ਹੈ। ਪਰਿੰਦੇ ਜਿਹੜੇ ਨੇ ਕਦੀ ਨਜ਼ਰ ਨਹੀਂ ਸਨ ਆਉਂਦੇ, ਹੁਣ ਉਹ ਜ਼ਿਆਦਾ ਸਾਹਮਣੇ ਆ ਰਹੇ ਨੇ। ਔਰ ਮੈਂ ਤਾਂ ਇਹ ਕਹਾਂਗਾ, ਸੱਚਮੁੱਚ ਸਾਡੇ ਘਰ ਦੇ ਸਾਹਮਣੇ ਪਾਰਕ ਹੈ, ਇਤਨੇ ਫੁੱਲ ਪਹਿਲੇ ਕਦੀ ਨਹੀਂ ਦੇਖੇ ਜਿਤਨੇ ਹੁਣ ਦੇਖੇ ਨੇ। ਕਿਉਂਕਿ ਹਵਾ ਸਾਫ਼ ਹੈ, ਔਰ ਜਿਹੜੀ ਪੋਲੂਸ਼ਨ ਹੋ ਰਹੀ ਸੀ ਉਹ ਹੋਣੀ ਬੰਦ ਹੋ ਗਈ ਹੈ। ਸੋ ਇਤਨਾ ਅਸਰ ਇਸ ਕਦਰ ਹੋਇਆ ਹੈ ਇਹਦੇ ਨਾਲ। ਸੋ ਇਹ ਇਲਾਜ ਜਿਹੜਾ ਹੈ, ਇਸ ਦਾ ਇਲਾਜ ਮੈਂ ਸਮਝਦਾ ਕਿ ਖਾਲੀ ਵੈਕਸੀਨ ਨਹੀਂ ਹੈ। ਵੈਕਸੀਨ ਨਾਲ ਅਸੀਂ ਬਚਾ ਲਾਂਗੇ ਆਪਣੇ ਆਪ ਨੂੰ, ਸ਼ਾਇਦ ਕਿਸ ਹੱਦ ਤੱਕ ਬਚਾਵਾਂਗੇ ਇਹ ਵੀ ਨਹੀਂ ਪਤਾ। ਜੀ ਫੋਨ ਦੀ ਲਾਈਟ ਆਨ ਹੈ। ਸੋ ਅਸੀਂ ਕਿतना बचा पाएंगे सचमुच लगता नहीं, क्योंकि इतने वेरिएंट एक कोरोना वायरस के बारे वैक्सीन कर देने, दूजे वेरिएंट सामने आ रहे हैं और म्यूटेशन हो रही है। सो ਇਹਦਾ हल ਜਿਹੜਾ है मैं समझदा कि ज़रूरत है ਅਸੀਂ ਜਾਣੀਏ ਕਿ ਇਹਦੀ ਬਿਮਾਰੀ ਕਿਸੇ ਜੜ ਵਿੱਚ ਹੈ, ਨਾ ਕਿ ਪੱਤਿਆਂ ਵਿੱਚ ਹੈ। ਅਸੀਂ ਜੜ ਦੇ ਇਲਾਜ ਕਰਾਂਗੇ ਤੇ ਸੱਚਮੁੱਚ ਆਇੰਦਾ ਵਾਸਤੇ ਇਸ ਬਿਮਾਰੀ ਨੂੰ ਅਸੀਂ ਹਮੇਸ਼ਾ ਵਾਸਤੇ ਇਹਦੀ ਸੰਭਾਲ ਕਰ ਪਾਵਾਂਗੇ, ਆਪਣੇ ਆਪ ਨੂੰ ਬਚਾ ਪਾਵਾਂਗੇ।
ਜਦ ਅਸੀਂ ਇਸ ਦੀ ਗੱਲ ਕਰਦੇ ਹਾਂ, ਇਹਦਾ ਮਤਲਬ ਹੈ ਸਾਇੰਸ ਦੀ ਗੱਲ ਕਰਦੇ ਹਾਂ। ਸਾਇੰਸ ਦਾ ਜਿਹੜਾ ਇੱਕ ਸਾਇੰਟਿਸਟ ਹੈ, ਐਸਟ੍ਰੋਫਿਜ਼ਿਸਿਸਟ ਹੈ, ਕੈਨੇਡੀਅਨ ਫ੍ਰੈਂਚ, ਉਹਦਾ ਨਾਂ ਹੈ ਹੂਬਰਟ ਰੀਵਸ, ਐਸਟ੍ਰੋਫਿਜ਼ਿਸਿਸਟ ਹੈ। ਉਹਨੇ ਕਿਹਾ ਹੈ ਕਿ ਇਨਸਾਨ ਜਿਹੜਾ ਹੈ ਉਹ ਸਭ ਤੋਂ ਪਾਗਲ ਸਪੀਸੀਜ਼ ਹੈ, ਸਭ ਤੋਂ ਪਾਗਲ। ਕਿਉਂ? ਜਿਹੜਾ ਪਰਮਾਤਮਾ ਨਜ਼ਰ ਨਹੀਂ ਆਉਂਦਾ ਉਹਦੀ ਪੂਜਾ ਕਰਦਾ, ਲੇਕਿਨ ਜਿਹੜੀ ਨੇਚਰ ਦਿਸ ਰਹੀ ਹੈ ਉਹਨੂੰ ਤਬਾਹ ਕਰੀ ਜਾ ਰਿਹਾ ਹੈ। ਉਹ ਇਹ ਨਹੀਂ ਜਾਣਦਾ ਕਿ ਜਿਹੜੀ ਚੀਜ਼ ਜਿਹੜਾ ਮੈਂ ਤਬਾਹ ਕਰ ਰਿਹਾ ਇਹੋ ਹੀ ਉਹ ਪਰਮਾਤਮਾ ਹੈ ਜਿਹੜਾ ਇਨਵਿਜ਼ੀਬਲ ਹੈ। ਸੋ ਇਸ ਕਰਕੇ ਅਸੀਂ ਇਸ ਸਾਇੰਟਿਸਟ ਕੋਲੋਂ ਵੀ ਸਬਕ ਸਿੱਖੀਏ। ਫਿਰ ਦੂਜਾ, ਇੱਕ ਐਲਬਰਟ ਆਇਨਸਟਾਈਨ ਬੜੇ ਰੈਵੋਲੂਸ਼ਨਰੀ ਸਾਇੰਟਿਸਟ ਹੋਏ ਨੇ। ਉਹਨਾਂ ਨੇ ਜਾਂਦਿਆਂ ਆਪਣੀ ਬੇਟੀ ਨੂੰ ਇੱਕ ਲੈਟਰ ਲਿਖੀ, ਸੈਲੇਸਟਲ ਨਾਂ ਹੈ ਉਹਦਾ। ਉਹਨੂੰ ਲੈਟਰ ਲਿਖੀ ਔਰ ਉਹਨੂੰ ਕਿਹਾ ਕਿ ਮੇਰੇ ਜਾਣ ਤੋਂ ਬਾਅਦ ਜਿਸ ਵੇਲੇ ਮੈਂ ਦੁਨੀਆ ਤੋਂ ਚਲਾ ਜਾਵਾਂਗਾ ਇਹ ਲੈਟਰ ਬਾਹਰ ਕੱਢੀ, ਕਿਉਂਕਿ ਇਹ ਰੈਵੋਲੂਸ਼ਨਰੀ ਹੈ ਔਰ ਲੋਕੀ ਪਸੰਦ ਨਹੀਂ ਕਰਨਗੇ ਤੇ ਤੂੰ ਇਹ ਬਾਅਦ ਵਿੱਚ ਗੱਲ ਦੱਸੀ। ਉਹਨੇ ਲੈਟਰ ਵਿੱਚ ਕੀ ਲਿਖਿਆ? ਉਹਨੇ ਕਿਹਾ ਕਿ ਉਸ ਲੈਟਰ ਨੂੰ ਕਹਿੰਦੇ ਨੇ ਗੋਡ ਲੈਟਰ। ਕਹਿੰਦੇ ਨੇ ਕਿ ਇਸ ਦੁਨੀਆ ਦੇ ਵਿੱਚ ਇੱਕ ਐਸੀ ਤਾਕਤ ਹੈ ਜਿਹੜੀ ਕਿ ਬਹੁਤ ਅਸਰਦਾਰ ਹੈ, ਜਿਹੜੀ ਹਰ ਚੀਜ਼ ਨੂੰ ਕੰਟਰੋਲ ਕਰ ਰਹੀ ਹੈ ਔਰ ਹਰ ਜਗ੍ਹਾ ਮੌਜੂਦ ਹੈ ਉਹ ਤਾਕਤ। ਸਾਇੰਟਿਸਟ ਨੇ ਕੋਸ਼ਿਸ਼ ਕੀਤੀ ਹੈ ਕਿ ਧਰਤੀ ਕਿਸ ਤਰ੍ਹਾਂ ਬਣੀ ਹੈ, ਯੂਨੀਵਰਸ ਕਿਸ ਤਰ੍ਹਾਂ ਬਣਿਆ, ਆਪਣੀ ਥਿਊਰੀਆਂ ਕੱਢਦੇ ਆ, ਲੇਕਿਨ ਉਹਨਾਂ ਨੇ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਕਿ ਉਹ ਤਾਕਤ ਕੀ ਹੈ। ਇੱਕ ਤਾਕਤ ਐਸੀ ਜਿਹੜੀ ਬਹੁਤ ਤਾਕਤਵਰ ਹੈ ਔਰ ਜੋ ਇੱਕ ਲਾਈਟ ਦੀ ਤਰ੍ਹਾਂ ਹਰ ਇੱਕ ਦੇ ਅੰਦਰ ਹੈ, ਔਰ ਜਿਹੜਾ ਵੀ ਇਸ ਤਾਕਤ ਨੂੰ ਜਾਂ ਇਸ ਲਾਈਟ ਨੂੰ ਲੈਂਦਾ ਲੈਂਦਾ ਹੈ ਜਾਂ ਦਿੰਦਾ ਹੈ, ਉਹ ਆਪਸ ਵਿੱਚ ਖਿੱਚੇ ਜਾਂਦੇ ਨੇ, ਇੱਕ ਦੂਜੇ ਵੱਲ ਪਿਆਰ ਹੋ ਜਾਂਦਾ ਹੈ। ਉਸਨੇ ਐਲਬਰਟ ਆਇਨਸਟਾਈਨ ਨੇ ਇਸ ਤਾਕਤ ਨੂੰ ਇਹਨੂੰ ਕਿਹਾ ਲਵ, ਜਾਂ ਦੂਜਾ ਨਾਮ ਕਿਹਾ ਗੋਡ, ਲਵ ਐਂਡ ਗੋਡ। ਸੋ ਉਸਦਾ ਇਹ ਲੈਟਰ ਜਿਹੜਾ ਹੈ, ਐਲਬਰਟ ਆਇਨਸਟਾਈਨ ਦਾ ਲੈਟਰ ਜਿਹੜਾ ਹੈ, ਇਸ ਦੀ ਆਕਸ਼ਨ BBC ਨੇ ਕੀਤੀ ਹੈ। $2.9 ਮਿਲੀਅਨ ਉਹਨੂੰ ਉਹਦੀ ਆਕਸ਼ਨ ਹੋਈ ਹੈ ਉਸ ਲੈਟਰ ਦੀ। ਸੋ ਇਸ ਲੈਟਰ ਦੀ ਕੀਮਤ ਇਹ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਇੰਟਿਸਟ ਵੀ ਹੁਣ ਮੰਨਦੇ ਨੇ ਕਿ ਇੱਕ ਕੋਈ ਇੱਕ ਐਸੀ ਪਾਵਰ ਹੈ ਜਿਸ ਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਔਰ ਦੇਖੋ, ਗੁਰਬਾਣੀ ਗੁਰੂ ਨਾਨਕ ਦੇਵ ਜੀ ਨੇ ਤਾਂ ਬਹੁਤ ਪਹਿਲਾਂ ਕਹਿ ਦਿੱਤਾ ਸੀ, ਕਹਿੰਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਤਾਕਤ ਹੈ, ਉਹ ਕਰਤਾ ਹੈ, ਹਰ ਚੀਜ਼ ਕਰ ਰਿਹਾ ਹੈ। ਔਰ ਉਸਦੀ ਪਰਮਾਤਮਾ ਦੀ ਇੱਕ ਪਹਿਚਾਣ ਦੇ ਦਿੱਤੀ, ਉਹਦੀ ਡੈਫੀਨੇਸ਼ਨ ਦੇ ਦਿੱਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਰੂ ਹੀ ਇਸ ਮੂਲ ਮੰਤਰ ਤੋਂ ਹੁੰਦਾ ਹੈ। ਔਰ ਅਸੀਂ ਇਸ ਚੀਜ਼ ਨੂੰ ਸਮਝਣ ਵਾਸਤੇ, ਕਿਉਂਕਿ ਵਿਸ਼ੇ ਜਿਹੜਾ ਹੈ ਅਸੀਂ ਜਗਤ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ, ਤਾਂ ਮੈਂ ਇਹ ਚਾਹਾਂਗਾ ਕਿ ਅਸੀਂ ਪਹਿਲਾਂ ਇਹ ਦੇਖੀਏ ਕਿ ਗੁਰਬਾਣੀ ਨੇ ਜਿਤਨੀਆਂ ਚੀਜ਼ਾਂ ਸਾਨੂੰ ਦੱਸੀਆਂ ਨੇ ਉਹ ਇੱਕ ਅਟੂਟ ਸੱਚ ਹੈ। ਅਸੀਂ ਸਿੱਖ ਹੋਣ ਦੇ ਨਾਤੇ, ਇੱਕ ਫਾਲੋਵਰ ਹੋਣ ਦੇ ਨਾਤੇ, ਔਰ ਮੈਨੂੰ ਪਤਾ ਹੈ ਕਿ ਜਿਹੜੇ ਸੁਣਨ ਵਾਲੇ ਨੇ, ਇਸ ਪ੍ਰੋਗਰਾਮ ਨੂੰ ਦੇਖਣ ਵਾਲੇ ਨੇ, ਉਹੀ ਇਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਨੇ। ਤਾਂ ਮੇਰੀ ਮਨਸ਼ਾ ਇਹ ਹੈ ਕਿ ਅਸੀਂ ਉਸ ਸੱਚਾਈ ਨੂੰ ਅਸੀਂ ਪਹਿਲਾਂ ਅਗਰ ਸਮਝ ਪਾਵਾਂਗੇ ਕਿ ਜਿਹੜਾ ਮੂਲ ਆਧਾਰ ਹੈ ਸਿੱਖੀ ਦਾ, ਫਿਰ ਅਸੀਂ ਅੱਗੇ ਜਗਤ ਦੇ ਬਾਰੇ ਬੜੀ ਅੱਛੀ ਤਰ੍ਹਾਂ ਸਮਝ ਲਾਂਗੇ। ਕਹਿੰਦੇ ਨੇ ਗੁਰਬਾਣੀ ਸਾਨੂੰ ਕਹਿੰਦੀ ਹੈ, ਕਹਿੰਦੇ ਨੇ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜ ਕੇ ਕਰ ਆਸਣ ਡਿਠੇ ਚਾਓ। ਕਹਿੰਦੇ ਨੇ ਇੱਕ ਪਰਮਾਤਮਾ ਹੈ ਜਿਹਦੇ ਬਾਰੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਉਸ ਪਰਮਾਤਮਾ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੈਦਾ ਕੀਤਾ, ਆਪ ਹੀ ਨੇ ਆਪ ਰਚੇ, ਦੋ ਹੀ ਕੁਦਰਤ। ਉਸ ਤੋਂ ਬਾਅਦ ਉਸਨੇ ਕੁਦਰਤ ਬਣਾਈ ਹੈ। ਔਰ ਫਿਰ ਇਹ ਜਿਹੜਾ ਇਸ ਮੈਸੇਜ ਹੈ,
एक किसी ਨੂੰ ਕਿਸੇ ਜੀਵ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ, ਕਿਸ ਤਰ੍ਹਾਂ ਪਤਾ ਲੱਗਾ ਗੁਰੂ ਨਾਨਕ ਦੇਵ ਜੀ ਨੂੰ, ਕਿਸ ਤਰ੍ਹਾਂ ਪਤਾ ਲੱਗਾ। ਗੁਰੂ ਨਾਨਕ ਦੇਵ ਜੀ ਨੇ ਬਾਣੀ ਸਾਨੂੰ ਗੁਰਬਾਣੀ ਦੱਸਦੀ ਹੈ, ਕਹਿੰਦੇ ਨੇ ਵਿਰਲੇ ਕੋ ਗੁਰ ਸ਼ਬਦ ਸੁਨਾਇਆ। ਉਸ ਪਰਮਾਤਮਾ ਨੇ ਜਿਸਨੇ ਆਪਣੇ ਆਪ ਨੂੰ ਰਚਿਆ, ਆਪਣੇ ਬਾਰੇ ਉਸਨੇ ਕਿਸੇ ਵਿਰਲੇ ਨੂੰ ਦੱਸਿਆ। तो वो बिरला कौन से? गुरु नानक देव जी बिरले सन, जिन्हों ने अगे दसिया कि ओंकार सतनाम करता पुर निर्भाव निर्भय। सो बिरले को गुरु शब्द सुनाया, कर कर देखे हुक्म सुभाया। वो अपने कि वो करता जिहड़ा है वो अपना हुक्म की कार जिहड़ी है उसनू देख रहा। और फिर दूसरा मूल की दसिया, कहते ने बिन शब्दे तुदनू कोई ना जानी। कहते गुरु के शब्द तो बगैर तैनू कोई नहीं जान सकता। ये भी एक सत्य है, क्योंकि गुरु के लड़ लगांगे तो तां ही असी सही चीज़ सही रास्ते पर पुज सकते हैं, उस परमात्मा तक पुज सकते हैं। और फिर कहते हैं सतपुरख जिन जाने सतगुरु तिसका नाम, तिसके संग से गुजरे नानक हर गुण गाओ। जिसने परमात्मा नू जानिया उसका नाम है सतगुरु। और सतगुरु की बानी सत सत कर मानो। ਜਿਹੜੀ ਬਾਣੀ ਹੈ ਇਹ ਤੁਰ ਕੀ ਬਾਣੀ ਹੈ, ਇਹ ਪਰਮਾਤਮਾ ਤੋਂ ਆਈ ਹੈ, ਇਹ ਕਿਸੇ ਮਨ ਕਿਸੇ ਦੀ ਆਪ ਲਿਖੀ ਨਹੀਂ ਹੈ। ਤੁਰ ਕੀ ਬਾਣੀ ਹੈ ਜਿਨ ਸਗਲੀ ਚਿੰਤ ਮਿਟਾਈ, ਗੁਰੂ ਸਾਹਿਬ ਕਹਿ ਗਏ ਨੇ। ਸੋ ਸਤਿਗੁਰ ਕੀ ਬਾਣੀ ਸੱਚ ਸੱਚ ਕਰ ਮਾਨੋ, ਇਉਂ ਆਤਮ ਰਾਵੇਂ ਲੀਨਾ ਹੈ। ਇਸ ਬਾਣੀ ਨੂੰ ਮੰਨਣ ਨਾਲ, ਇਸ ਬਾਣੀ ਵੱਲ ਧਿਆਨ ਦੇਣ ਨਾਲ ਅਸੀਂ ਸਾਡੀ ਆਤਮਾ ਜਿਹੜੀ ਹੈ ਪਰਮਾਤਮਾ ਦੇ ਵਿੱਚ ਲੀਨ ਹੋ ਸਕਦੀ ਹੈ। ਫਿਰ ਕਹਿੰਦੇ ਨੇ जात इस पाना तां जगत तो पाया। एक गुरबाणी दसदी है अपने हुक्म नाल, जिस उहदे भाने वरतन नाल उस परमात्मा ने जिसने अपने आप को रचिया सी, उसने इस जगत को पैदा किया। जात इस पाना तां जगत तो पाया, बाज कला आडान रहाया। अपनी शक्ति के जरिए उसने इस जिहड़ा आसमान हैगा इन्ना बड़ा इसनूं तन दिता है। और ब्रह्मा विष्णु महेश छुपाए माया मोह ਵਧਾਏ ਦਾ। ਕਹਿੰਦੇ ਨੇ ਇਹ ਰਚਨਾ ਰਚਨ ਤੋਂ ਬਾਅਦ ਮਾਇਆ ਦਾ ਮੋਹ ਵਧਾਉਣ ਵਾਸਤੇ ਉਸਨੇ ਬ੍ਰਹਮਾ ਤੇ ਵਿਸ਼ਨੂੰ ਪੈਦਾ ਕੀਤੇ ਨੇ। ਫਿਰ ਗੁਰਬਾਣੀ ਸਾਨੂੰ ਇਹ ਦੱਸਦੀ ਹੈ ਸਭੋ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੇ। ਜੋ ਵੀ ਹੋ ਰਿਹਾ ਹੈ ਬਿਲਕੁਲ ਉਸ ਪਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ ਹੈ। ਔਰ इसनू कौन समझता है? जो गुरु की शरण में आया वही जानता है कि सब सच सच वरता है। और फिर क्या जगत को पैदा करदे परमात्मा ने की किया? हौमे मोह उपजे संसारा। हौमे और मोह जिहड़ा इस संसार दे विच उसने पा दिता। और सब जग बिन से नाम विसारा, कि नाम विसारन तो बिना इस संसार की तबाही है। किरपा कृपा कर भगत दिड़ाए जन जन पिछे जग ने सारे। उन्हें भगतां नूं टिका दिता, भगतां दी लिप टिका दी। और भगतां दे पिछे जान नाल जगत दा पार उतारा। जगत जिहड़ा है इस संसार समुंदर विचों सफलता नाल जा सकता है। सो ये है साडा मूल आधार गुरबाणी दा। हुण जद इसनूं असीं देख लईए फिर असीं कहने हैं कि ये जगत की है ਜਿਹੜਾ ਅਸੀਂ ਕਿ ਪਰਮਾਤਮਾ ਨੇ ਗੁਰਬਾਣੀ ਕੀ ਕਹਿੰਦੀ ਹੈ, ਗੁਰਬਾਣੀ ਜਗਤ ਗੁਰਬਾਣੀ ਕੀ ਕਹਿੰਦੀ ਹੈ। ਅਸੀਂ ਮੂਲ ਆਧਾਰ ਦੀ ਗੱਲ ਕੀਤੀ, ਹੁਣ ਅਸੀਂ ਗੁਰਬਾਣੀ ਦੀ ਗੱਲ ਕਰਾਂਗੇ। ਗੁਰਬਾਣੀ ਜਗਤ ਦੇ ਬਾਰੇ ਕੀ ਕਹਿੰਦੀ ਹੈ? ਜੀ ਗੁਰਬਾਣੀ ਕਹਿੰਦੀ ਹੈ ਏਕਸ ਤੇ ਸਭ ਰੂਪ ਹੈ ਰੰਗਾ। ਇੱਕ ਪਰਮਾਤਮਾ ਨੇ ਆਪਣੇ ਆਪ ਤੋਂ ਅਲੱਗ-ਅਲੱਗ ਤਰ੍ਹਾਂ ਦੇ ਰੰਗਾਂ ਦੇ ਰੂਪ ਸ਼ਕਲਾਂ ਦੇ ਇਸ ਜੀਵ ਪੈਦਾ ਕਰ ਦਿੱਤੇ ਨੇ। ਕਿਸ ਤਰ੍ਹਾਂ? ਪੌਣ ਪਾਣੀ ਬੇਸੰਤਰ ਸੈਲੰਗਾ। पानी हवा ते अग दे मिलन दे कर नाल दे जोड़ नाल इतने जीव पैदा कर देते ने, इतना रूप पैदा कर देते ने। कहते ने आपे धरती साजियन आपे आकाश विच आपे जंतु पायन मुख आपे दे गिरास। उस परमात्मा ने जगत बना के इस संसार दे विच जीव पैदा कर देते ने। धरती ते आसमान दे विचकार जीव पैदा कर देते ने। धरती विच भी जीव पैदा करते, पानी दे विच भी जीव पैदा कर देते। मुखापे दे गिरास। उन्हां दी पालना कौन कर रहे हो? परमात्मा आप कर रहे हैं। देखो गुरबाणी कहती है विच आपे जंत उपायन मुख आपे दे गिरास। हर एक जीव नूं परमात्मा खुराक भी दे रहा है कि उसने पैदा किए ने। कहते ने
ਹਉਮੈ ਬਿਖ ਪਾਏ ਜਗਤ ਉਪਾਇਆ। ਹਉਮੈ ਦਾ ਜ਼ਹਿਰ ਵਿੱਚ ਪਾ ਦਿੱਤਾ ਪਰਮਾਤਮਾ ਨੇ। ਅਸੀਂ ਦੇਖ ਰਹੇ ਹਾਂ ਸੰਸਾਰ ਵਿੱਚ ਕੀ ਹੁੰਦੇ, ਮੈਂ ਦੀ ਰੱਟ ਹੈ ਹਰ ਇੱਕ, ਇਤਨੇ ਹਉਮੈ ਨਾਲ ਕਿ ਇਤਨਾ ਵਿਤਕਰਾ ਫੈਲ ਰਿਹਾ ਹੈ, ਇਤਨੀਆਂ ਬੁਰਾਈਆਂ ਫੈਲ ਰਹੀਆਂ। ਦਾ ਕਾਰਨ ਕੀ ਹੈ? ਹਉਮੈ। ਔਰ ਗੁਰਬਾਣੀ ਸਾਨੂੰ ਇਹ ਵੀ ਦੱਸਦੀ ਹੈ ਕਿ ਜੋ ਵੀ ਪਰਮਾਤਮਾ ਨੇ ਰਚਨਾ ਰਚੀ ਹੈ, ਸਭ ਕਾਲੇ ਵਸ ਆਪ ਪ੍ਰਭ ਕੀਆ। ਜਿਤਨੀ ਵੀ ਰਚਨਾ ਪਰਮਾਤਮਾ ਨੇ ਰਚੀ ਹੈ, ਇਸ ਨੂੰ ਮੌਤ ਦੇ ਅਧੀਨ ਕਰ ਦਿੱਤਾ ਹੈ। ਇਹਦੀ ਮੌਤ, ਇਹਦੇ ਨਾਸ਼ ਹੋਣਾ ਹੀ ਹੋਣਾ। ਸਭ ਕਾਲੇ ਵਸ ਆਪ ਪ੍ਰਭ ਕੀਆ, ਨੇਚਲ ਆਗ ਏਕ ਆਪ ਅਬਿਨਾਸ਼ੀ। ਇੱਕੋ ਪਰਮਾਤਮਾ ਹੀ ਆਪ ਜਿਹੜਾ ਕਿ ਵਿਨਾਸ਼ ਨਹੀਂ ਹੋਣ ਵਾਲਾ, ਉਹ ਸੀ ਹੈ, ਹਮੇਸ਼ਾ ਰਹੇਗਾ। ਫਿਰ ਕਹਿੰਦੀ ਹੈ ਗੁਰਬਾਣੀ, ਕਹਿੰਦੀ ਹੈ ਸੂਤ ਏਕ ਮਨ ਸਤ ਸਹੰਸ। ਸਾਰੇ ਜੀਵਾਂ ਨੂੰ ਪਰਮਾਤਮਾ ਨੇ ਇੱਕੋ ਧਾਗੇ ਵਿੱਚ ਪਰੋ ਦਿੱਤਾ, ਇੱਕੋ ਧਾਗੇ ਵਿੱਚ। ਕਹਿੰਦੇ ਨੇ ਸੂਤ ਏਕ ਮਨ ਸਤ ਸਹੰਸ। ਸਤ ਹੋ ਗਿਆ 100, ਸਹੰਸ ਹੋ ਗਿਆ 1000। ਇਹ ਜਿੰਨੇ ਵੀ ਜੀਵ ਨੇ ਪਰਮਾਤਮਾ ਨੇ ਸਾਰੇ ਇੱਕ ਧਾਗੇ 'ਚ ਪਰੋ ਦਿੱਤੇ ਦੇ ਨੇ। ਔਰ ਜੈਸੇ ਓਤ ਪੋਤ ਪ੍ਰਭ ਸੋਈ। ਜਿਸ ਤਰ੍ਹਾਂ ਕੱਪੜੇ ਵਿੱਚ ਤਾਨਾ ਰੇਸ਼ਾ ਹੁੰਦਾ ਇੱਕ ਦੂਜੇ ਨਾਲ ਜੁੜਿਆ, ਇਸ ਤਰ੍ਹਾਂ ਕਰਕੇ ਪਰਮਾਤਮਾ ਨੇ ਇਸ ਜਗਤ ਦੀ ਰਚਨਾ ਕੀਤੀ ਹੈ। ਕੋਈ ਇਕੱਲਾ ਨਹੀਂ ਹੈ, ਸਭ ਇੱਕੋ ਆਪਸ ਵਿੱਚ ਜੁੜੇ ਦੇ ਨੇ। ਫਿਰ ਕਹਿੰਦੇ ਨੇ, ਫਿਰ ਗੁਰਬਾਣੀ ਕਹਿੰਦੀ ਹੈ ਜੋ ਦੀਸੇ ਸੋ ਏਕੋ ਤੂੰ ਹੈ। ਅਸੀਂ ਗੱਲ ਕਰ ਰਹੇ ਹਾਂ ਜਗਤ ਦੀ, ਹਾਂ ਜਗਤ ਦੀ ਗੱਲ ਕਰ ਰਹੇ हैं। जो दिसे सो एको तू है, बानी तेरी श्रवण सुनिए। इतने जीव ने, हर एक जीव की बानी अलग अलग है, हर जीव की बानी अलग अलग है। साढ़े तुसी आम आप ही देख लीजिए, कोई भी मनुष्य बोलता, असी कहते हैं फलाना बोल रहा है, ये आवाज़ उसकी है। हालांकि सारे मनुख जीव दी कैटेगरी च आ जाते हैं, लेकिन फिर भी बानी हर एक की बोली अलग अलग है। सो बानी तेरी श्रवण सुनिए। कौन बोलता उन्होंने विच, उन्होंने जीवां दे विच कौन बोलता है? परमात्मा तू आप ही तो बोल रहे हैं। और कहते हैं 1,84 जोन सुबाई। परमात्मा ने 84 लाख जूना बना दित्तियां ने। और मानक को प्रभ दी वडियाई। मनुख ਨੂੰ ਉਹਨਾਂ 84 ਲੱਖ ਜੂਨਾਂ ਤੋਂ ਉੱਪਰ ਕਰ ਦਿੱਤਾ, ਸਭ ਤੋਂ ਉੱਤੇ ਕਰ ਦਿੱਤਾ। ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਅਚਰਜ ਕਥਾ, ਇਸ ਪਰਮਾਤਮਾ ਦੀ ਕਥਾ ਹੈ ਹੀ ਅਚਰਜ ਹੈ, ਇਹ ਬੇਮਿਸਾਲ ਹੈ। ਕਿਉਂ ਕੀ ਹੈ? ਪ੍ਰਾਤਮਾ ਆਤਮਾ ਜਿਹੜੀ ਹੈ ਸਾਡੀ, ਇਹ ਪਾਰ ਬ੍ਰਹਮ ਦਾ ਰੂਪ ਹੈ। ਸਾਡੇ ਅੰਦਰ ਪਰਮਾਤਮਾ ਹੈ, ਇਹ ਪਰਮਾਤਮਾ ਦਾ ਰੂਪ ਹੈ। ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਫਿਰ ਕਹਿੰਦੇ ਨੇ ਇਹ ਜਗਤ ਬਣਾਉਣ ਦੀ ਲੋੜ ਕਿਉਂ ਪਈ ਪਰਮਾਤਮਾ ਨੂੰ? ਕਹਿੰਦੇ ਨੇ ਪੱਪੇ ਪਾਤਸ਼ਾਹ ਪਰਮੇਸ਼ਰ ਵੇਖਣ ਕੋ ਪਰਪੰਚ ਕੀਆ। ਇਹ ਉਸਨੇ ਤਮਾਸ਼ਾ ਰਚਿਆ ਆਪਣੇ ਵੇਖਣ ਵਾਸਤੇ। अपनी शक्ति का इस्तेमाल करके परमात्मा ने इतना सुंदर जगत बना देता है, अपने देखने वास्ते बनाता है, अपने वास्ते बना देता है। संभाल कौन कर रहे हैं जी? कहते ने ये जग सच्चे की है कोठड़ी, सच्चे का विश्वास। ये जगत जिहड़ा बनाया ये कोई जगह खाली नहीं है जिथे परमात्मा नहीं है। परमात्मा आप बस रहा है, हर पासे है। और ये जगवाड़ी मेरा प्रभ माली। कौन संभाल कर रहा है? इतना बड़ा संसार, दिसदा संसार ते अनदिसदा भी है जिहड़ा नज़र नहीं आता, और उहदी भी संभाल कर रहा है। कौन कर रहा है? ये जगवाड़ी मेरा प्रभ माली। ये फुल्लां दी बगीची है परमात्मा दी, परमात्मा इसका माली है। सदा संभाले को नहीं खाली, हर जगह इसकी संभाल कर रहे। कोई जगह ऐसी नहीं जिथे परमात्मा नहीं है। सो असी जिस वक्त समझ जाएंगे इसनों कि जगत ये है और परमात्मा है, परमात्मा हर जगह मौजूद है। जिस बारे अल्बर्ट आइंस्टाइन ने क्या वो ताकत है, जिस बारे हुबर्ट रीव्स ने कह देता ये जगत है ही वो परमात्मा है जिहड़ा दिसदा नहीं है और लोग पूजते नहीं उसनों। सो फिर ज़रूरत क्यों है? क्यों ये हालत साड़ी क्यों हो गई? इस तरह तबाही क्यों हो गई? क्यों असी उस परमात्मा नूं जानना ही नहीं चाहते। असी माया दे विच, माया विच इस कदर असी माया दे मोह विच फस गए हैं कि असी
ਇਹ ਜਗਤ ਕਿਹਨੇ ਬਣਾਇਆ, ਅਸੀਂ ਉਹਦੀ ਕੋਈ ਚਿੰਤਾ ਕੋਈ ਉਸ ਨੂੰ ਜਾਣਨਾ ਨਹੀਂ ਚਾਹੁੰਦੇ। ਉਸ ਪਰਮਾਤਮਾ ਨੂੰ ਕੀ ਚਾਹੀਦਾ, ਸਾਡੇ ਤੋਂ ਪਿਆਰ ਚਾਹੀਦਾ, ਸਿਮਰਨ ਚਾਹੀਦਾ। ਸਾਨੂੰ ਗੁਰਬਾਣੀ ਹਮੇਸ਼ਾ ਜ਼ੋਰ ਕਰਦੀ ਹੈ ਨਾਮ ਸਿਮਰਨ, ਨਾਮ ਸਿਮਰਨ। ਕੁਛ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਨੂੰ ਇਹ ਹਦਾਇਤ ਹੈ ਕਿ ਕੋਈ ਹੋਰ ਚੀਜ਼ ਨਹੀਂ, ਸਿਰਫ ਨਾਮ ਸਿਮਰਨ ਮੰਗਣਾ, ਪ੍ਰਭੂ ਦਾ ਪ੍ਰੇਮ ਮੰਗਣਾ। ਸੋ ਪ੍ਰਭੂ ਦਾ ਪ੍ਰੇਮ ਅਸੀਂ ਬਾਣੀ ਅਗਰ ਪੜ੍ਹਦੇ ਹਾਂ ਤਾਂ ਸਿਰਫ ਕੀ ਕਹਿੰਦੇ ਨੇ ਬਗੈਰ ਸਮਝਣ ਤੋਂ ਪੜ੍ਹਦੇ ਹਾਂ, ਅਸੀਂ ਉਸ ਨੂੰ ਸਮਝਦੇ ਨਹੀਂ। ਕਹਿੰਦੇ ਨੇ ਵੇਦ ਪਾਠ ਕਾਰ ਸੰਸਾਰ, ਪੜ੍ਹ ਪੜ੍ਹ ਪੰਡਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ। ਬਗੈਰ ਸਮਝਣ ਦੇ ਤੇ ਸਭ ਫਜ਼ੂਲ ਹੈ, ਸਭ ਜ਼ਾਇਆ ਹੈ। ਸਾਨੂੰ ਬਾਣੀ ਸਮਝਣੀ ਚਾਹੀਦੀ ਹੈ। ਅਸੀਂ ਸਮਝਾਂਗੇ ਤੇ ਪਰਮਾਤਮਾ ਨੂੰ ਜਾਣਾਂਗੇ, ਅਸੀਂ ਸਮਝਾਂਗੇ ਤੇ ਜਾਣਾਂਗੇ ਇਹ ਜਗਤ ਕੀ ਹੈ ਤੇ ਪਰਮਾਤਮਾ ਦਾ ਰੂਪ ਹੈ। ਜਦ ਅਸੀਂ ਇਹ ਸਮਝਾਂਗੇ ਕਿ ਪਰਮਾਤਮਾ ਦਾ ਰੂਪ, ਅਸੀਂ ਇਹਦੀ ਸੰਭਾਲ ਕਰਾਂਗੇ। ਅਸੀਂ ਉਹ ਨਹੀਂ ਕਰਾਂਗੇ ਜੋ ਇਸ ਵਕਤ ਅਸੀਂ ਕਰ ਰਹੇ ਹਾਂ। ਡਿਵੈਲਪਮੈਂਟ ਦੇ ਨਾਂ 'ਤੇ ਅਸੀਂ ਸਾਰੇ ਜੰਗਲ ਤਬਾਹ ਕਰ ਦਿੱਤੇ, ਦਰਿਆਵਾਂ ਨੂੰ ਜਿੱਥੇ ਇਤਨੇ ਜੀਵ ਨੇ ਅਸੀਂ ਉਹਦੇ ਵਿੱਚ ਸਾਰੇ ਫੈਕਟਰੀਆਂ ਦਾ ਗੰਦ ਉਹਦੇ ਵਿੱਚ ਪਾਉਂਦੇ ਹਾਂ। ਧਰਤੀ ਜਿਹੜੀ ਸਾਨੂੰ ਅਨਾਜ ਦਿੰਦੀ ਆ, ਅਸੀਂ ਗੰਦ ਧਰਤੀ ਨੂੰ ਵੀ ਇੱਕ ਗਾਰਬੇਜ ਬੈਗ ਬਣਾ ਦਿੱਤਾ ਹੈ। ਹਵਾ ਜਿਹੜੀ ਅਸੀਂ ਆਕਸੀਜਨ ਲੈਂਦੇ ਹਾਂ, ਹਵਾ ਵਿੱਚ ਵੀ ਤੁਸੀਂ ਦੇਖੋ ਕੀ ਕਹਿੰਦੇ ਨੇ ਕਿਸ ਤਰ੍ਹਾਂ ਧੂੰਆਂ ਜਿਹੜਾ ਤੇ ਫੈਕਟਰੀਆਂ ਦਾ ਉਹਨਾਂ ਧੂੰਆਂ ਆਕਾਸ਼ 'ਚ ਜਾਂਦਾ ਹੈ। ਸੋ ਕੁਦਰਤਨ ਹੈ ਕਿ ਇਹ ਜਿਹੜੀ ਹਾਲਤ ਹੋਈ ਹੈ ਔਰ ਇਹ ਹਾਲਤ ਇਨਸਾਨ ਦੀ ਆਪਣੀ ਕੀਤੀ ਦੀ ਹੈ। ਸੋ ਇਸ ਦੀ ਸੰਭਾਲ ਜ਼ਰੂਰੀ ਹੈ। ਸੋ ਅਸੀਂ ਇਸ ਦੀ ਸੰਭਾਲ ਅਸੀਂ ਹੋਰ ਅਗਰ ਅਸਲੀਅਤ ਅਸੀਂ ਜਾਣਾਂਗੇ ਜੀ, ਅਸੀਂ ਹੋਰ ਅਸਲੀਅਤ ਜਾਣਾਂਗੇ ਕਿ ਜੋ ਗੁਰਬਾਣੀ ਸਾਨੂੰ ਕਹਿੰਦੀ ਹੈ, ਗੁਰਬਾਣੀ ਕਹਿੰਦੀ ਹੈ ਹਉਮੈ ਮੋਹ ਉਪਜੇ ਸੰਸਾਰਾ, ਸਭ ਜਗ ਬਿਨ ਸੇ ਨਾਮ ਵਿਸਾਰਾ। ਇਹ ਸਾਰਾ ਸੰਸਾਰ ਤਬਾਹ ਹੋ ਜਾਏਗਾ ਆਪਣਾ ਪਰਮਾਤਮਾ ਦਾ ਨਾਮ ਵਿਸਾਰ ਕੇ। ਕਿਉਂ? ਇਹਦੇ 'ਚ ਇਹ ਹਉਮੈ ਔਰ ਮੋਹ ਦੇ ਨਾਲ ਇਹ ਸੰਸਾਰ ਬਣਿਆ ਹੈ ਔਰ ਪਰਮਾਤਮਾ ਨੂੰ ਵਿਸਾਰ ਕੇ, ਪਰਮਾਤਮਾ ਨੂੰ ਭੁੱਲ ਕੇ ਇਸ ਜਗਤ ਦੀ ਤਬਾਹੀ ਹੈ। ਕਹਿੰਦੇ ਨੇ ਹਰ ਕੇ ਨਾਮ ਹੀਨ ਮਤ ਥੋਰੀ, ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜੀ ਅਕਲ ਹੈ ਉਹ ਬੜੀ ਹੋਛੀ ਹੈ। ਸਿਮਰਤ ਨਾਹਿ ਸ੍ਰੀਧਰ ਠਾਕੁਰ, ਮਿਲਤ ਮਿਲਤ ਅੰਧ ਦੁੱਖ ਕੋਰੀ। ਸ੍ਰੀਧਰ ਮਾਇਆ ਦਾ ਪਤੀ ਸ੍ਰੀਧਰ ਹੈ। ਸ੍ਰੀਧਰ ਕੌਣ? ਪਰਮਾਤਮਾ। ਅਸੀਂ ਮਾਇਆ ਲੈ ਕੇ ਖੁਸ਼ ਹੋ ਜਾਂਦੇ ਹਾਂ ਔਰ ਮਾਇਆ ਨੂੰ ਪੂਜਦੇ ਹਾਂ, ਲੇਕਿਨ ਮਾਇਆ ਦਾ ਜਿਹੜਾ ਪਤੀ ਹੈ ਸ੍ਰੀਧਰ ਹੈ ਪਰਮਾਤਮਾ, ਅਸੀਂ ਉਹਨੂੰ ਨਹੀਂ ਪੂਜਦੇ, ਉਸ ਨਾਲ ਪ੍ਰੇਮ ਨਹੀਂ ਕਰਦੇ। ਸੋ ਗੁਰਬਾਣੀ ਕਹਿੰਦੀ ਹੈ ਪਾਦਾਂ ਨੂੰ ਸੰਸਾਰ ਗਰਭ ਅਟਿਆ, ਕਰਤੇ ਆਪ ਅਨੇਕ ਮਾਇਆ ਰੰਗ ਰਟਿਆ। ਕਹਿੰਦੇ ਨੇ ਅਸੀਂ ਪਾਪ ਕਰ ਕੇ ਅਸੀਂ ਲਿਬੜੇ ਹਾਂ ਪਾਪਾਂ ਨਾਲ ਔਰ ਅਸੀਂ ਇਹ ਪਾਪ ਕਰਨ ਤੋਂ ਅਸੀਂ ਥੱਕਦੇ ਵੀ ਨਹੀਂ ਹਾਂ। ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਅਸੀਂ ਅਨੇਕਾਂ ਤਰ੍ਹਾਂ ਦੇ ਪਾਪ ਕਰੀ ਜਾ ਰਹੇ ਹਾਂ। ਕਿਉਂਕਿ ਅਸੀਂ ਪਾਪ ਕਰ ਰਹੇ ਹਾਂ। ਗੁਰਬਾਣੀ ਸਾਨੂੰ ਇਹ ਵੀ ਕਹਿੰਦੀ ਕਲਯੁਗ ਹੈ ਔਰ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਇਸ ਕਲਯੁਗ ਵਿੱਚ ਇਹ ਜਿਹੜੇ ਜੀਵ ਨੇ ਇਹ ਨਾਮ ਸਿਮਰਨ ਤੋਂ ਬਿਨਾਂ ਇਹ ਜਿਨ ਭੂਤ ਨੇ। ਔਰ ਕਹਿੰਦੇ ਨੇ ਆਤੁਰ ਨਾਮ ਬਿਨ ਸੰਸਾਰ, ਤ੍ਰਿਪਤ ਨ ਹੋਵਤ ਕੁਕਰੀ, ਆਸਾ ਇਤ ਲਾਗੋ ਵਿਖਿਆ ਛਾਰ। ਕਹਿੰਦੇ ਨਾਮ ਤੋਂ ਬਿਨਾਂ ਜਿਹੜਾ ਹੈ ਸਾਰਾ ਸੰਸਾਰ ਦੁਖੀ ਹੋ ਰਿਹਾ, ਨਾਮ ਤੋਂ ਬਿਨਾਂ, ਉਸ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸਾਰਾ ਦੁਖੀ ਹੋ ਰਿਹਾ। ਔਰ ਜਿਹੜੀ ਲੋਭ ਦੀ ਮਾਇਆ ਦੀ ਜਿਹੜੀ ਲਾਲਚ ਹੈ ਉਹ ਉਸ ਵੱਲੋਂ ਇਸ ਦਾ ਮਨ ਰੱਜ ਨਹੀਂ ਰਿਹਾ, ਇਸ ਮਨੁੱਖ ਦਾ ਮਨ ਰੱਜ ਨਹੀਂ ਰਿਹਾ। ਆਸਾਂ ਕਰੀ ਜਾ ਰਿਹਾ। ਅੰਧੇ ਖਾਵੇ ਵਿਸ਼ੂ ਕੇ ਗਟਾਕ, ਨੈਣ ਸ਼ਰਵਣ ਸਰੀਰ ਸਭ ਹੁਟਿਓ। ਕਹਿੰਦੇ ਨੇ ਸਰੀਰ ਥੱਕ ਗਿਆ ਕੰਮ ਕਰਨਗੇ, ਲੇਕਿਨ ਆਸ ਜਿਹੜੀ ਹੈ ਬੰਦੇ ਦੀ ਉਹ ਨਹੀਂ ਮਿਟਦੀ, ਜਿਹੜੀ ਤ੍ਰਿਸ਼ਨਾ ਹੈ ਉਹ ਨਹੀਂ ਮਿਟਦੀ। ਬਾਜ ਗੁਰੂ ਤੇ ਅੰਧ ਅੰਧਾਰਾ। ਅਸੀਂ ਜਦ ਤੱਕ ਗੁਰੂ ਦੇ ਲੜ ਨਹੀਂ ਲੱਗਾਂਗੇ, ਉਸ ਤੋਂ ਬਗੈਰ ਗੁਰੂ ਦੇ ਲੜ ਲੱਗਣ ਤੋਂ ਬਗੈਰ ਸਾਨੂੰ ਪਰਮਾਤਮਾ ਦੀ ਸੋਝੀ ਨਹੀਂ ਹੋ ਸਕਦੀ। ਸਾਡੇ ਹਿਰਦੇ ਵਿੱਚ ਉਹਦਾ ਪਰਮਾਤਮਾ ਸਾਡੇ ਅੰਦਰ ਹੈ, ਲੇਕਿਨ ਉਹਦਾ ਉਹ ਪ੍ਰਗਟ ਨਹੀਂ ਹੋ ਰਿਹਾ, ਉਹਦਾ ਪ੍ਰਕਾਸ਼ ਨਹੀਂ ਹੋ ਰਿਹਾ। ਕਿਉਂ? ਕਿਉਂਕਿ ਅਸੀਂ ਸਿਮਰਨ ਨਹੀਂ ਕਰਦੇ ਉਹਦੇ। ਔਰ ਗੁਰੂ ਦੇ ਲੜ ਲੱਗਾਂਗੇ ਤੇ ਤਾਂ ਹੀ ਸਾਡਾ ਕਲਿਆਣ ਹੋਏਗਾ। ਔਰ ਕਹਿੰਦੇ ਨੇ ਗੁਰਬਾਣੀ ਕਹਿੰਦੀ ਹੈ ਰੇ ਪਾਪੀ ਤੇ ਕਵਨ ਕੀ ਮਤ ਲੀਨ। ਹੇ ਪਾਪੀ, ਹੇ ਮਨੁੱਖ,
तू केड़ी मत लैके आ गए, निमक करी ना सिमर स्वामी, जियो पिंड जिन दीन। तैनू जिसने शरीर दिता, तैनू जिसने आत्मा दिती, तू उसका सिमरन ही नहीं करता, तू उहदे वल ध्यान ही नहीं करता। खात पवित सबंत सुखिया नाम सिमरत खीन। तैनू तू आलसी है, नाम लेना तू आलसी है, लेकिन माया के पिछे दौड़ना तू फटक दौड़ेगा। सो मानस परे, गुरबाणी फिर अगे कहती है, मानस परया आनिया मानस परया आए, जित पीते मत दूर होए, बरल पवे विछाए। असीं की कर रहे हैं, साडा युवक की कर रहा, कहते ने शराब दे नशे विच, जिहड़ा ड्रग्स ने उन्हां दे नशे विच करी जा रहा। सो कहते ने कि जिसले इंसान तेरा जन्म होया सी उस वक्त ही तू लिबड़िया दस है, और तू हुण इत्थे आके तू वो नशे करने शुरू कर दिते ने जिस नशे विच तैनूं अपने पराए की पहचान ही नहीं रही, तू अपने पराए की पहचान नहीं रही, और जिहड़ा तैनूं पालन वाला है तो उसनूं भी विसार बैठा है। ठीक है। हर मंदिर ये शरीर है, ज्ञान रतन प्रगट होए। ये जड़ा ये ये साडा शरीर जड़ा है, जड़ा 84 लाख जूना तू उपर पदवी परमात्मा ने इसनों दी है, ये साडा ये हरि मंदिर है, परमात्मा इसके अंदर वसदा है। और हर मंदिर ये शरीर है, ज्ञान रतन प्रगट होए। इस दे विच ज्ञान इसके ज्ञान दे परमात्मा की सोझी दे रतन साडे अंदर ने, लेकिन वो तां ही रतन सानूं लभणगे, तां ही असीं ढूंढ पांगे। पहला जी गुरु की शरण में जावांगे, फिर दूसरा नाम सिमरन करांगे, बाणी समझांगे तां ही। लेकिन इंसान माया के लालच इस मनुखे शरीर नूं हरिमंदर मनण तो इनकार है, एक नहीं ख्याल कर रहा। मतलब कि गुरबाणी सानू ये सत्य दस रही है कि हरमंदर ये शरीर है, लेकिन असी माया विच इस कदर लिव रहे हैं, असी इसनूं तैयार नहीं है मनन वास्ते कि वाकई सच्ची है हरमंदर। सो सब जग काले वस है, बाधा दूजे पाए, होमे करम कमावदे, मनमुख मिले सजाए। सारा जग सारा संसार जिस तरह असी पहले मूल आधार ही देखा कि जितनी भी रचना है परमात्मा ने उसको काल दे वस विच रखा। सो ये जड़ा संसार है ये भी काल दे वस विच है। और क्यों? और ये लग्या इसनों प्यार जड़ा है दूजे पासे है, माया नाल प्यार है। हौमे करम कमावदे, मनमुख मिले सजाए। हौमे करम कमावदे, हौमे भी सारे काम करी जा रहे हैं, और इसकी सजा जी है परमात्मा के दर ते जाके मिलनी है। क्यों? कहते ने गुरबाणी सानू कहती है आयो सुनन पढ़न को बानी, नाम विसार लगे अनलालच, बिरथा जन्म प्राणी। तू संसार विच आया ही है बानी पढ़न सुनन वास्ते, उस परमात्मा नाल मेल करन वास्ते तू आया है, लेकिन नाम विसार लगे अनलालच, बिरथा जन्म प्राणी। तू अपना जन्म गवा रहे क्योंकि लालच पासे लग के नाम नू भुल के। समझ अचेत चेत मन मेरे, कथी संतन अकथ कहानी। ये अचेत मन मेरे तू समझ, संत लोग कह गए ने, एक कथनी कथ गए ने कि नाम विसार के परमात्मा नू याद करके ही तू परमात्मा नू मिल सकते, प्यार पा के ही मिल सकते। तू आया ही परमात्मा की प्राप्ति वास्ते है। और फिर गुरबाणी सानू ये भी कहती है कि हे प्रभ अवर किच कीजे, सब बात सिगार फोकट फोकट ही है। गुरु कुछ कहता है, असी करते कुछ हाँ। कहे प्रभ अवर किच कीजे, सब बात सिगार फोकट फोकट ही है। कहने का भाव यह है, जो गुरु की शिक्षा है, गुरु के लड़ लग के जो गुरु सानू रस्ता दस रहा, असी उस गुरु के रस्ते नू पकड़िए, फिर अपना जीवन सुधारिए, तां ही असी अपना जन्म जड़ा वृथा ना गवावांगे, जन्म सफल होएगा साडा। कहते ने सो सिख सखा बंदप है पाई, जे गुर के भाने विच आवे। सो सिख सखा बंदप है, ओह सिख तुहाडा साथी है, तुहाडा रिश्तेदार है, जिहड़े गुरु के भाने विच आवेगा। अपने भाने जो चले पाई, विछड़ चोटां खावे। जिहड़ा अपने भाने विच चलेगा, गुरु उसके हुक्म नूं नहीं समझेगा,
ਸੋ ਉਹ ਵਿਛੜ ਕੇ ਚੋਟਾਂ ਖਾਏਗਾ। ਸੋ ਅਸੀਂ ਅਗਰ ਜਦ ਅਸੀਂ ਗੁਰਬਾਣੀ ਸਮਝ ਲਈਏ, ਅਸੀਂ ਜਗਤ ਨੂੰ ਸਮਝ ਲਵਾਂਗੇ, ਅਸੀਂ ਪਰਮਾਤਮਾ ਨੂੰ ਸਮਝ ਲਵਾਂਗੇ, ਫਿਰ ਅਸੀਂ ਸਮਝਾਂਗੇ ਕਿ ਇਹ ਸਾਨੂੰ ਖਾਲੀ ਵੈਕਸੀਨ ਹੀ ਨਹੀਂ ਚਾਹੀਦੀ। ਅਸੀਂ ਇਹ ਜਿਹੜਾ ਜਗਤ ਦਾ ਮੂਲ ਹੈ, ਪਰਮਾਤਮਾ ਜਿਹੜਾ ਅਸੀਂ ਉਸ ਨਾਲ ਪ੍ਰੇਮ ਪਾ ਕੇ, ਉਸ ਨੂੰ ਸਮਝ ਕੇ, ਉਹ ਹਰ ਜਗ੍ਹਾ ਮੌਜੂਦ ਹੈ, ਉਸ ਦੇ ਨਾਲ ਪਿਆਰ ਪਾ ਕੇ, ਨਾਮ ਸਿਮਰਨ ਕਰਕੇ, ਨਫ਼ਰਤ ਨੂੰ ਮਿਟਾ ਕੇ, ਔਰ ਇਹ ਜਿਹੜੀ ਗੰਦਗੀ ਅਸੀਂ ਇਸ ਜਗਤ ਵਿੱਚ ਫੈਲਾ ਰਹੇ ਹਾਂ, ਔਰ ਇਸ ਨੂੰ ਅਸੀਂ ਬੰਦ ਕਰਕੇ, ਇਸ ਨੂੰ ਖ਼ਤਮ ਕਰਕੇ, ਅਸੀਂ ਇਸ ਜਗਤ ਨੂੰ ਹਮੇਸ਼ਾ ਵਾਸਤੇ ਬਣਾ ਕੇ ਰੱਖ ਸਕਦੇ ਹਾਂ। ਲੇਕਿਨ ਜਦ ਤੱਕ ਅਸੀਂ ਆਪਣੇ ਫਾਇਦੇ ਦੀ ਕਰਕੇ, ਆਪਣੇ ਲੋਭ ਦੀ ਕਰਕੇ, ਹਉਮੈ ਦੀ ਕਰਕੇ ਅਸੀਂ ਮਾਇਆ ਪਿੱਛੇ ਲੱਗੇ ਰਹਾਂਗੇ, ਅਸੀਂ ਪਰਮਾਤਮਾ ਨੂੰ ਵੀ ਵਿਸਾਰ ਦਿਆਂਗੇ। ਪਰਮਾਤਮਾ ਦਾ ਰੂਪ ਜਿਹੜਾ ਇਹ ਜਗਤ ਹੈ, ਜਿਸ ਤਰ੍ਹਾਂ ਗੁਰਬਾਣੀ ਕਹਿੰਦੀ ਹੈ, ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਹਬਰਟ ਰੀਵਜ਼ ਨੇ ਵੀ ਇਹੋ ਕਿਹਾ ਹੈ, ਗੁਰਬਾਣੀ ਵੀ ਇਹੋ ਕਹਿੰਦੀ ਹੈ। ਤਾਂ ਅਸੀਂ ਇਸ ਜਗਤ ਦਾ ਆਦਰ ਕਰਕੇ, ਕਿਉਂਕਿ ਇਹ ਪਰਮਾਤਮਾ ਦਾ ਰੂਪ ਹੈ, ਅਸੀਂ ਇਸ ਦੀ ਸੰਭਾਲ ਕਰਾਂਗੇ ਔਰ ਅਸੀਂ ਪਰਮਾਤਮਾ ਤੱਕ ਪਹੁੰਚਾਂਗੇ ਵੀ। ਅੰਦਰ ਜੋ ਪਰਮਾਤਮਾ ਸਾਡੇ ਅੰਦਰ ਆ, ਅਸੀਂ ਉਸ ਨਾਲ ਮਿਲਣ ਵੀ ਕਰ ਸਕਦੇ ਹਾਂ। ਸੋ ਮੇਰਾ ਵਿਸ਼ੇ ਇਹ ਸੀ ਕਿ ਮੇਰੀ ਸੋਚ ਇਹ ਸੀ ਕਿ ਅਸੀਂ ਗੁਰਬਾਣੀ ਦਾ ਜਿਹੜੀ ਸਿੱਖਿਆ ਹੈ, ਮੈਂ ਉਸ ਨੂੰ ਦਰਸ਼ਕਾਂ ਦੇ ਸਾਹਮਣੇ ਲਿਆਵਾਂ ਔਰ ਤਾਂ ਕਿ ਅਸੀਂ ਗੁਰਬਾਣੀ ਨੂੰ ਸਮਝੀਏ ਔਰ ਫਿਰ ਅਸੀਂ ਆਪਣੇ ਆਪ ਨੂੰ ਵੀ ਬਚਾ ਸਕਦੇ ਹਾਂ, ਸੰਸਾਰ ਨੂੰ ਵੀ ਬਚਾ ਸਕਦੇ ਹਾਂ। ਬਿਲਕੁਲ, ਬਹੁਤ ਵਧੀਆ ਵਿਸ਼ਾ। ਜਿੱਦਾਂ ਅੱਜ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਕਿ ਜਿਸ ਤਰ੍ਹਾਂ ਦੇ ਨਾਲ ਆਪਾਂ ਕਹਿੰਦੇ ਹੁੰਦੇ ਨਾ ਕਿ ਇੱਕ ਜਗਤ ਦੇ ਪ੍ਰਤੀ ਦਰਦ, ਇੱਕ ਸਾਨੂੰ ਮਤਲਬ ਕਿ ਤੁਸੀਂ ਜਿੱਦਾਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਗੁਰਬਾਣੀ ਦੇ ਨਾਲ ਰਿਲੇਟ ਕਰਕੇ ਜਗਤ ਨੂੰ, ਔਰ ਤੁਸੀਂ ਦੱਸਿਆ ਕਿ ਜਿਹੜਾ ਇਹ ਪੈਂਡੇਮਿਕ ਹੈ, ਜਿੱਦਾਂ ਕੋਵਿਡ-19 ਹੈ, ਇਹ ਸਾਡੀਆਂ ਹੀ ਪੈਦਾ ਕੀਤੀਆਂ ਹੋਈਆਂ ਆਪਦਾਵਾਂ ਨੇ। ਤਾਂ ਇੱਦਾਂ ਦੇ ਵਿਚਾਰ ਸਮੇਂ-ਸਮੇਂ 'ਤੇ ਸਾਨੂੰ ਲੱਗਦਾ ਹੈ ਕਿ ਸਾਡੇ ਦਰਸ਼ਕਾਂ ਤੱਕ, ਸਾਡੇ ਪਰਿਵਾਰ ਤੱਕ ਪਹੁੰਚਣੇ ਚਾਹੀਦੇ ਨੇ, ਔਰ ਸਾਨੂੰ ਟਾਈਮ ਟੂ ਟਾਈਮ ਆ ਕੇ ਜਿਹੜਾ ਆਪਣੇ ਵਿਚਾਰ ਸਾਂਝੇ ਕਰਨੇ ਚਾਹੀਦੇ ਨੇ ਕਿ ਕਿਉਂਕਿ ਕੁਝ ਸੁਲਝੇ ਹੋਏ ਸ਼ਖਸੀਅਤਾਂ ਦੇ ਰਾਹੀਂ ਸਮਝਾਇਆ ਜਾ ਸਕਦਾ, ਜਿੱਦਾਂ ਕਿ ਸ਼ਾਇਦ ਸਾਡੇ ਸ਼ਬਦਾਂ ਦੇ ਵਿੱਚ ਉਨੀ ਤਾਕਤ ਨਾ ਹੋਵੇ ਜਿੱਦਾਂ ਕਿ ਸੁਲਝੇ ਹੋਏ ਜਿਹੜੀਆਂ ਸਾਡੀਆਂ ਸ਼ਖਸੀਅਤਾਂ ਨੇ। ਅਗਰ ਤੁਸੀਂ ਜਿੱਦਾਂ ਗੁਰਬਾਣੀ ਦੇ ਨਾਲ ਰਿਲੇਟ ਕਰਕੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖੇ ਨੇ, ਬਹੁਤ ਵਧੀਆ ਲੱਗਿਆ ਸੁਣ ਕੇ, ਬਹੁਤ ਜ਼ਿਆਦਾ ਖੁਸ਼ੀ ਵੀ ਮਹਿਸੂਸ ਹੋਈ ਹੈ ਕਿਉਂਕਿ SS ਬਿਜਰਾਲ, ਜਿਹੜੇ ਸਰਦਾਰ SS ਬਿਜਰਾਲ ਨੇ, ਉਹ ਸਾਰੇ ਜਾਣਦੇ ਨੇ ਕਿ IGP ਰਿਟਾਇਰ ਨੇ, ਪਰ ਫਿਰ ਵੀ ਆਪਣੀ ਜੌਬ ਦੇ ਬਾਅਦ, ਰਿਟਾਇਰ ਹੋਣ ਦੇ ਬਾਅਦ ਅੱਜ ਬੜੀ ਖੁਸ਼ੀ ਹੁੰਦੀ ਹੈ ਜਦੋਂ ਪੰਥ ਦਰਦੀ ਆਪਾਂ ਕਹਿ ਸਕਦੇ ਹਾਂ, ਜਾਂ ਫਿਰ ਉਹਨਾਂ ਵਿਸ਼ਿਆਂ ਨੂੰ ਲੈ ਕੇ ਦਰਦ ਰੱਖਦੇ ਨੇ ਜਿਹੜੇ ਕਿ ਸਾਡੇ ਜਗਤ ਵਿੱਚ, ਜਿਨ੍ਹਾਂ ਦੇ ਬਾਰੇ ਲੋਕਾਂ ਨੂੰ ਅਵੇਅਰ ਕਰਨਾ ਬੜਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਲੋਕਾਂ ਤੱਕ ਅਵੇਅਰਨੈਸ ਪਹੁੰਚੇ ਉਹਨਾਂ ਵਿਸ਼ਿਆਂ 'ਤੇ। ਔਰ ਬਹੁਤ ਖੁਸ਼ੀ ਮਹਿਸੂਸ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ। ਤੁਸੀਂ ਆਪਣੇ ਵਿਚਾਰ ਜਿਹੜੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ, ਜਿਸ ਤਰ੍ਹਾਂ ਦੇ ਨਾਲ ਦੱਸਿਆ ਕਿ ਪਰਮਾਤਮਾ ਜਿਹੜੀ ਸਾਇੰਸ ਹੈ ਉਹ ਵੀ ਮੰਨਦੀ ਹੈ ਕਿ ਜੋ ਕਰ ਰਿਹਾ ਪਰਮਾਤਮਾ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਹੋ ਰਿਹਾ, ਔਰ ਦੂਸਰਾ ਇਹ ਵੀ ਕਿ ਗੁਰਬਾਣੀ ਜਗਤ ਨਾਲ ਕਿੱਦਾਂ ਰਿਲੇਟ ਹੈ, ਔਰ ਗੁਰਬਾਣੀ ਜਗਤ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੀ, ਔਰ ਜਗਤ ਨੂੰ ਜੀਣਾ ਕਿੱਦਾਂ ਚਾਹੀਦਾ, ਜਗਤ ਦੇ ਵਿੱਚ ਅਸੀਂ ਕੀ ਕਰਨ ਆਏ ਹਾਂ, ਇਹ ਸਾਡੇ ਲਈ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸ਼ਾਇਦ ਜਿਸ ਤਰ੍ਹਾਂ ਦੇ ਨਾਲ ਸਾਨੂੰ ਜਿਉਣਾ ਚਾਹੀਦਾ, ਉੱਥੋਂ ਅਸੀਂ ਭੁੱਲੇ ਭਟਕੇ ਹੋਏ ਹਾਂ। ਤੇ ਫਿਰ ਤੋਂ ਇੱਕ ਵਾਰੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਇੱਕ ਚੀਜ਼ ਇਹ 'ਚ ਐਡ ਕਰਨਾ ਚਾਹਾਂਗਾ ਕਿ ਡਾਇਰੈਕਟਰ ਯੂਨਾਈਟਿਡ ਨੇਸ਼ਨ ਦੇ ਜਿਹੜੇ ਡਾਇਰੈਕਟਰ ਪਬਲਿਕ ਹੈਲਥ ਦੇ ਨੇ, ਉਹਨਾਂ ਨੇ ਕਿਹਾ ਹੈ ਕਿ ਹਰ ਸਾਲ ਪੋਲੂਸ਼ਨ ਜਿਹੜੀ ਪਾਣੀ ਵੀ, ਹਵਾ ਵੀ ਜਿਹੜੀ ਪੋਲੂਸ਼ਨ ਹੈ, ਇਹਦੇ 6 ਤੋਂ 7 ਲੱਖ ਲੋਕੀ, 6 ਤੋਂ 7 ਮਿਲੀਅਨ ਲੋਕੀ ਹਰ ਸਾਲ ਮਰਦੇ ਨੇ, ਪੋਲੂਸ਼ਨ ਨਾਲ ਮਰਦੇ ਨੇ। ਔਰ ਹੁਣੇ ਪਿਛਲੇ 100 ਸਾਲਾਂ ਵਿੱਚ ਇਸ ਪੋਲੂਸ਼ਨ ਦਾ ਇਤਨਾ ਨੁਕਸਾਨ ਹੈ, ਇਤਨੀ ਤਬਾਹੀ ਹੋ ਰਹੀ ਹੈ, ਅੱਗੇ ਵੀ ਹੋਏਗੀ ਕਿ ਪਿਛਲੇ 100 ਸਾਲਾਂ ਵਿੱਚ ਧਰਤੀ ਦਾ ਟੈਂਪਰੇਚਰ 0.76 ਸੈਂਟੀਗ੍ਰੇਡ ਵਧਿਆ। ਉਸ ਦੇ ਨਾਲ ਹੀ ਇਤਨੀ ਤਬਾਹੀ ਹੋ ਰਹੀ ਹੈ, ਤੂਫਾਨ ਆ ਰਹੇ ਨੇ, ਬਾਰਿਸ਼ਾਂ ਆ ਰਹੀਆਂ ਨੇ, ਸਲਾਈਡਸ ਆ ਰਹੀਆਂ ਨੇ, ਔਰ ਸੈਲਾਬ ਆ ਰਹੇ ਨੇ, ਫਲੱਡਸ ਆ ਰਹੇ ਨੇ। ਕਹਿੰਦੇ ਨੇ ਕਿ ਇਸ ਸਦੀ ਦੇ ਆਖਰ ਤੱਕ, 21ਵੀਂ ਸਦੀ ਦੇ ਆਖਰ ਤੱਕ ਇਸ ਧਰਤੀ ਦਾ ਟੈਂਪਰੇਚਰ 3 ਡਿਗਰੀ ਸੈਂਟੀਗ੍ਰੇਡ ਵਧੇਗਾ। ਪਿਛਲੇ 100 ਸਾਲਾਂ ਵਿੱਚ 0.76 ਡਿਗਰੀ ਸੈਂਟੀਗ੍ਰੇਡ ਵਧਿਆ।
ਹੁਣ ਇਸ ਸਦੀ ਵਿੱਚ 3 ਡਿਗਰੀ ਸੈਂਟੀਗ੍ਰੇਡ ਵਧੇਗਾ। ਅੰਦਾਜ਼ਾ ਲਾ ਲਓ ਕਿ 3 ਡਿਗਰੀ ਸੈਂਟੀਗ੍ਰੇਡ ਵਧਣ ਨਾਲ ਇਹਦੀ ਕੀ ਹਾਲਤ ਹੋਏਗੀ। ਬਿਲਕੁਲ, ਬਹੁਤ ਚਿੰਤਾ ਦੇ ਵਿਸ਼ੇ ਨੇ ਜਿਨ੍ਹਾਂ ਤੇ ਅਸੀਂ ਧਿਆਨ ਨਹੀਂ ਦੇ ਰਹੇ ਹਾਂ। ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਕਿਉਂਕਿ ਵੀਰ ਜੀ ਜਿਸ ਤਰ੍ਹਾਂ ਦੇ ਮੈਨੂੰ ਲੱਗਦਾ, ਅਗਰ ਕੋਈ ਵੀ ਚੀਜ਼ ਧਰਤੀ ਤੇ ਇਸ ਸਮੇਂ ਹੋ ਰਹੀ ਆ, ਉਸ ਦਾ ਜ਼ਿੰਮੇਵਾਰ ਸਿੱਧਾ ਮਨੁੱਖ ਆ। ਅਸੀਂ ਖੁਦ ਹੀ ਉਸ ਦੇ ਜ਼ਿੰਮੇਵਾਰ ਆ। ਅਸੀਂ ਕੁਦਰਤ ਨੂੰ ਬਿਲਕੁਲ ਤਬਾਹ ਕਰਕੇ ਰੱਖ ਦਿੱਤਾ ਹੋਇਆ, ਔਰ ਹੁਣ ਜਿੱਦਾਂ ਤਰਾਸ ਕਰਦੀ ਹੈ ਦੁਨੀਆ, ਜ਼ਿੰਮੇਵਾਰ ਅਸੀਂ ਆਪ ਆ। ਪੈਦਾ ਕੀਤੀਆਂ ਮੁਸੀਬਤਾਂ ਅਸੀਂ ਆਪ ਆ। ਹੁਣ ਕੋਈ ਹੱਲ ਨਹੀਂ ਲੱਭਦੇ, ਉਹਦੇ ਕਾਰਨ ਵੀ ਅਸੀਂ ਆਪ ਹੀ ਹਾਂ। ਬਹੁਤ ਸਭ ਤੋਂ ਅਗਰ ਮਨੁੱਖਾ ਦੇ ਸਾਨੂੰ, ਜਿੱਦਾਂ ਤੁਸੀਂ ਕਿਹਾ ਕਿ 84 ਲੱਖ ਜੂਨਾਂ ਦੇ ਬਾਅਦ ਮਿਲੀ ਹੈ, ਸਾਡੀ ਇੰਨੀ ਅਨਮੋਲ ਸਾਡਾ ਮਨੁੱਖਾ ਦੇ ਹੈ, ਲੇਕਿਨ ਅਸੀਂ ਹਰਮੰਦਰ, ਲੇਕਿਨ ਇਸ ਮਨੁੱਖੀ ਜੂਨ ਦੇ ਵਿੱਚ ਆ ਕੇ ਅਸੀਂ ਖੁਦ ਝਾਤੀ ਮਾਰੀਏ, ਅਸੀਂ ਕੀਤਾ ਕੀ ਹੈ। ਅਸੀਂ ਮਤਲਬ ਅਸੀਂ ਤੇ ਮਨੁੱਖ ਹੋਣ ਦੇ ਕਹਿਲਾਉਣ ਦੇ ਵੀ ਮੈਨੂੰ ਲੱਗਦਾ ਲਾਇਕ ਨਹੀਂ ਆ। ਸਾਨੂੰ ਪਰਮਾਤਮਾ ਵਾਹਿਗੁਰੂ ਨੇ ਮਨੁੱਖਾ ਜੂਨੀ ਦਿੱਤੀ ਹੈ, ਪਤਾ ਨਹੀਂ ਕਿਸ ਤਰ੍ਹਾਂ ਸਾਡੇ ਤੇ ਮਿਹਰ ਹੋਈ, ਲੇਕਿਨ ਉਸ ਪਰਮਾਤਮਾ ਦੀ ਬਖਸ਼ੀ ਹੋਈ ਇਸ ਦੇਹ ਦਾ ਅਸੀਂ ਨਾ ਤੇ ਲਾਹਾ ਲਿਆ, ਨਾ ਇਸ ਦੁਨੀਆ ਦੇ ਅੰਦਰ ਆ ਕੇ ਕੁਛ ਅਜਿਹੀ ਕਮਾਈ ਕਰਕੇ ਚੱਲੇ ਹਾਂ ਜਿਹਦੇ ਨਾਲ ਕਿ ਕੋਈ ਜਗਤ ਦਾ ਭਲਾ ਹੋ ਸਕੇ। ਜਿਸ ਤਰ੍ਹਾਂ ਦੇ ਨਾਲ ਸਾਨੂੰ ਲੱਗਦਾ ਹੈ ਕਿ ਸੋਚ ਇਹ ਹੈ ਕਿ ਜੋ ਵੀ ਸਾਡੇ ਨਾਲ ਘਟ ਰਿਹਾ ਉਹਦਾ ਜ਼ਿੰਮੇਵਾਰ ਮਨੁੱਖ ਆਪ ਹੀ ਹੈ, ਅਸੀਂ ਕਿਸੇ ਨੂੰ ਦੋਸ਼ ਕੀ ਦਈਏ। ਤੇ ਮੈਂ ਫਿਰ ਤੋਂ ਇੱਕ ਵਾਰੀ ਫਿਰ ਤੋਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣੇ ਜਿਹੜੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ। ਬਹੁਤ ਧੰਨਵਾਦ ਇਕਬਾਨੀ ਚੈਨਲ ਦਾ। ਔਰ ਮੈਂ ਵੀ ਅਸੀਂ ਵੀ ਕੁਝ ਆਪਣੀ ਗੱਲ ਰੱਖ ਸਕੇ। ਔਰ ਨਹੀਂ, ਅਸੀਂ ਸਮੇਂ ਤੇ ਕੋਸ਼ਿਸ਼ ਕਰਦੇ ਰਹਾਂਗੇ ਕਿ ਤੁਹਾਡੇ ਸੋਚ ਹੈ ਉਹ ਆਪਣੇ ਦਰਸ਼ਕਾਂ ਤੱਕ ਸਮੇਂ ਤੇ ਜ਼ਰੂਰ ਪਹੁੰਚਾਉਂਦੇ ਰਹਾਂਗੇ ਕਿ ਸਾਨੂੰ ਸੇਧ ਮਿਲਦੀ ਰਹੇ ਜੀ। ਬਹੁਤ ਧੰਨਵਾਦ। ਇਹ ਸਨ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਰਦਾਰ SS ਬਿਜਰਾਲ ਜੀ, ਸਤਿੰਦਰ ਸਿੰਘ ਬਿਜਰਾਲ, ਜਿਹੜੇ ਕਿ ਰਿਟਾਇਰ IGP ਨੇ। ਇਹਨਾਂ ਨੇ ਆਪਣੇ ਜਦੋਂ ਇਹਨਾਂ ਨੇ ਬਤੌਰ IGP ਵੀ ਆਪਣੀਆਂ ਸੇਵਾਵਾਂ ਬਹੁਤ ਹੀ ਇਮਾਨਦਾਰੀ ਦੇ ਨਾਲ, ਬਹੁਤ ਹੀ ਵਧੀਆ ਢੰਗ ਦੇ ਨਾਲ ਦਿੱਤੀਆਂ, ਔਰ ਉਸ ਤੋਂ ਬਾਅਦ ਵੀ ਹੁਣ ਇਹ ਸਾਨੂੰ ਸਾਡੇ ਜਗਤ ਨੂੰ ਇੱਕ ਮੈਸੇਜ ਦੇਣ ਦੀ ਆਪਣੇ ਤੌਰ ਤੇ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਨੇ। ਤਾਂ ਜਿੰਨੀਆਂ ਵੀ ਗੱਲਾਂ ਇਹਨਾਂ ਨੇ ਸਾਨੂੰ ਸਮਝਾਈਆਂ, ਜੇਕਰ ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮੰਨ ਕੇ ਚੱਲੀਏ, ਇਹਨਾਂ ਦੇ ਰਾਹੀਂ ਦਿੱਤੀ ਹੋਈ ਸੇਧ ਨੂੰ ਕਿਤੇ ਨਾ ਕਿਤੇ ਅਪਣਾ ਲਈਏ, ਤਾਂ ਸ਼ਾਇਦ ਜਿੰਨੀਆਂ ਅਸੀਂ ਮੁਸੀਬਤਾਂ ਇਸ ਸਮੇਂ ਚੱਲ ਰਹੇ ਹਾਂ ਉਹਦੇ ਵਿੱਚ ਕੁਝ % ਘੱਟ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ। ਤਾਂ ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।